ਹੁਣ ਜਿਹੜਾ ਦੂਸਰੇ ਤਰ੍ਹਾਂ ਦਾ ਦੈਟ ਇਜ਼ ਫੁਨੇਰੀਆ। ਹੁਣ ਇਹਦੇ ਵਿੱਚ ਤੁਸੀਂ ਜੇ ਦੇਖਦੇ ਹੋ ਤਾਂ ਇਹਦੇ ਵਿੱਚ ਕੀ ਚੇਂਜ ਆਈ ਹੈ, ਅਸੀਂ ਦੇਖੀਏ ਥੋੜਾ ਜਿਹਾ ਉਹ ਤੋਂ ਐਡਵਾਂਸਡ ਹੈਗਾ। ਤਾਂ ਹੁਣ ਇਹਦੇ ਵਿੱਚ ਦੇਖੋ ਪ੍ਰੋਟੋਨੀਮਾ ਤੋਂ ਸ਼ੁਰੂ ਕਰ ਲਈ। ਸਪੋਰਸ ਨੇ ਜਿਹੜੇ ਪ੍ਰੋਟੋਨੀਮਾ ਮੀਨਸ ਜ਼ਮੀਨ ਦੇ ਨਾਲ ਸੈੱਲਾਂ ਦੀ ਇੱਕ ਚੇਨ ਜੀ ਬਣਦੀ ਹੈ, ਫਿਰ ਉਹਦੇ ਉੱਤੇ ਲੇਟਰਲ ਬ੍ਰਾਂਚ ਬਣ ਜਾਂਦੀ ਹੈ। ਉੱਪਰ ਵੱਲ ਨੂੰ ਜਿਹੜੇ ਸੈੱਲ ਨੇ ਉਹ ਡਿਵਾਈਡ ਕਰਨਾ ਸ਼ੁਰੂ ਕਰ ਦਿੰਦੇ ਨੇ ਤੇ ਉਹਨਾਂ ਤੋਂ ਫਿਰ ਬਡ ਬਣਦਾ ਤੇ ਉਹ ਲੇਟਰਲ ਬਡ ਤੋਂ ਫਿਰ ਜਿਹੜਾ ਹੈਗਾ ਇਹ ਸਟਰਕਚਰ ਬਣਦੀ ਹੈ। ਦੇਖੋ ਇਟ ਇਜ਼ ਹੈਪਲੋਇਡ। ਹੈਪਲੋਇਡ ਹੁਣ ਕੀ ਹੁੰਦਾ ਬੇਟਾ? ਗੈਮੀਟੋਫਾਈਟ। ਇਟ ਇਜ਼ ਗੈਮੀਟੋਫਾਈਟ। ਗੈਮੀਟੋਫਾਈਟ ਹੈਪਲੋਇਡ। ਸੋ ਬਲੈਕ ਕਲਰ ਜਿਹੜਾ ਉਹ ਦਿਖਾਇਆ ਹੋਇਆ ਹੈ ਗੈਮੀਟੋਫਾਈਟ ਹੈਪਲੋਇਡ। ਸੋ ਗੈਮੀਟੋਫਾਈਟ ਕੀ ਕਰਦਾ? ਗੈਮੀਟੋਫਾਈਟ ਵਿਲ ਪ੍ਰੋਡਿਊਸ ਗੈਮੀਟਸ। ਗੈਮੀਟਸ ਬਣਨੇ ਹੈਗੇ ਨੇ ਮੇਲ ਸੈਕਸ ਸੈਲਸ ਨੇ ਤੇ ਆ ਫੀਮੇਲ। ਇਹਦੇ ਵਿੱਚ ਦੇਖੋ ਜਿਹੜੀਆਂ ਪੱਤੀਆਂ ਨੇ ਉਹੀ ਜਿਹੜੀਆਂ ਐਕਟ ਕਰਨਗੀਆਂ। ਹਮੇਸ਼ਾ ਪੱਤੀਆਂ ਦੀ ਮੋਡੀਫਿਕੇਸ਼ਨ ਹੀ ਹੁੰਦੀ ਆ। ਸੋ ਕੁਝ ਪੱਤੀਆਂ ਨੇ ਜਿਹੜੀਆਂ ਉਹ ਮੇਲ ਜਿਹੜੇ ਪਲਾਂਟਸ ਹੈਗੇ ਨੇ ਉਹਨਾਂ ਦੇ ਐਂਥਰੀਡੀਅਮ ਤੇ ਆਰਕੀਗੋਨੀਅਮ, ਫੀਮੇਲ ਹੈ ਜਿਹੜਾ ਉਹ ਆਰਕੀਗੋਨੀਅਮ ਬਣਾ ਲੈਣਾ ਉਹਨੇ। ਹੁਣ ਐਂਥਰੀਡੀਅਮ ਦੇ ਵਿੱਚ ਕੀ ਬਣਦਾ ਬੇਟਾ? ਸਪੌਂਸ ਬਣਦੇ ਨੇ। ਆਰਕੀਗੋਨੀਆ ਦੇ ਵਿੱਚ ਐਗਸ ਬਣਦੇ ਨੇ। ਸੋ ਰਾਹੀਨੁਮਾ ਸਟਰਕਚਰ ਜੀ ਬਣਦੀ ਹੈਗੀ ਆ। ਪਰ ਇਹਦੇ ਤੇ ਐਂਜੀਓਸਪਰਮਸ ਦੇ ਵਿੱਚ ਇਹ ਫਰਕ ਹੈ ਵੀ ਇਹਨਾਂ ਦੇ ਉੱਤੇ ਕੋਈ ਸਟਾਈਲ ਸਟਿਗਮਾ ਨਹੀਂ ਹੁੰਦਾ। ਦੈਨ ਬੋਥ ਥੀਸ ਗੈਮੀਟਸ ਜਿਹੜੇ ਹੈਗੇ ਨੇ ਸਿੰਗਲ ਐਨ ਇਹ ਹੈਗਾ ਐਨ ਇਹ ਪਿਆ, ਦੇ ਵਿਲ ਫਿਊਜ਼ ਟੂ ਫਾਰਮ ਏ ਜ਼ਾਈਗੋਟ। ਇਹ ਜ਼ਾਈਗੋਟ ਬਣ ਜਾਂਦਾ ਡਿਪਲੋਇਡ ਸਟਰਕਚਰ ਹੈਗੀ 2n। ਦੈਨ ਜਿਹੜਾ ਜ਼ਾਈਗੋਟ ਹੈ ਹੁਣ ਤੁਸੀਂ ਦੇਖੋ ਵੀ ਇਹ ਸਟਰਕਚਰ ਹੈਗੀ ਕਿੱਥੇ ਸੀਗੀ? ਇੱਥੇ ਇਹਦੇ ਸਿਰੇ ਤੇ ਪੱਤੀਆਂ ਨੇ ਜਿਹੜੀਆਂ ਉਹਨਾਂ ਚ ਹੋਈ ਹੈ ਤਾਂ ਉੱਥੇ ਹੀ ਜਿਹੜਾ ਉਹ ਇੱਥੇ ਹੀ ਮਲਟੀਪਲਾਈ ਹੋ ਕੇ ਇੱਥੇ ਹੀ ਗਰੋ ਕਰਨਾ ਸ਼ੁਰੂ ਕਰ ਦਿੰਦਾ ਤੇ ਉਹ ਇੱਕ ਲਾਰਜ ਸਟਰਕਚਰ ਹੈ ਜਿਹੜੀ ਉਹ ਬਣ ਜਾਂਦੀ। ਹੁਣ ਤੁਸੀਂ ਦੇਖੋ ਵੀ ਇੱਥੇ ਦੋ ਤਰ੍ਹਾਂ ਦੀਆਂ ਸਟਰਕਚਰਸ ਬਣਦੀਆਂ। ਹੇਠਾਂ ਜਿਹੜਾ ਹੈਗਾ ਹੈਪਲੋਇਡ ਸਟਰਕਚਰ ਹੈ ਦੈਟ ਇਜ਼ ਗੈਮੀਟੋਫਾਈਟ। ਇਹਨੇ ਗੈਮੀਟਸ ਬਣਾਏ ਹੈਗੇ ਨੇ ਗੈਮੀਟੋਫਾਈਟ। ਇਹ ਵਿਜ਼ੀਬਲ ਹੈਗੀ ਸਾਨੂੰ ਦਿਖਾਈ ਦਿੰਦੀ ਹੈ ਤੇ ਇਹਦੇ ਉੱਪਰ ਵਾਲੀ ਸਟਰਕਚਰ ਹੈ ਜਿਹੜੀ ਰੈੱਡ ਕਲਰ ਦੀ ਦੈਟ ਇਜ਼ ਸਪੋਰੋਫਾਈਟ। ਉਹ ਡਿਪਲੋਇਡ ਹੈ। ਉਹ ਜ਼ਾਈਗੋਟ ਹੈ ਜਿਹੜਾ ਡਿਪਲੋਇਡ ਇਹਨੂੰ ਡਿਵਾਈਡ ਕਰਕੇ ਬਣੀ ਹੈ ਤੇ ਇਹਦੇ ਤਿੰਨ ਹਿੱਸੇ ਨੇ। ਦੇਖੋ ਹੇਠਾਂ ਫੁੱਟ, ਸੀਟਾ ਮੀਨਸ ਸਟੈਮ ਜਿਹਨੂੰ ਅਸੀਂ ਕਹਿ ਲਈਏ। ਇਹ ਇੱਕ ਤਰ੍ਹਾਂ ਦੇ ਜਿਹੜੇ ਹੁਣ ਪਲਾਂਟਸ ਹੈਗੇ ਨੇ ਡਿਪਲੋਇਡ ਉਹਨਾਂ ਦਾ ਦਾਦਾ ਪੜਦਾਦਾ। ਤੇ ਹੁਣ ਇਹ ਦੇਖੋ ਸਾਰਿਆਂ ਤੋਂ ਸਿਖਰ ਤੇ ਹੈਗਾ ਕੈਪਸਿਡ। ਇੱਥੋਂ ਸ਼ੁਰੂ ਹੋ ਗਿਆ ਦੇਖੋ ਬੱਚੇ। ਪਿੱਛੇ ਐਲਗੀ 'ਚ ਜਿਹੜਾ ਅਸੀਂ ਡਿਪਲੋਇਡ ਬਿਲਕੁਲ ਇੱਕ ਜ਼ਾਈਗੋਟ ਸੀਗਾ, ਇੱਥੇ ਥੋੜੀ ਜਿਹੀ ਸਟੇਜ ਵੱਧ ਗਈ, ਐਮਬ੍ਰੀਓ ਬਣ ਗਿਆ, ਫਿਰ ਮਿਓਸਿਸ ਹੋਈ ਹੈ। ਇੱਥੇ ਹੋਰ ਵੀ ਵੱਡਾ ਪਲਾਂਟ ਬਣ ਗਿਆ। ਪਰ ਫਰਕ ਕੀ ਹੈ ਦੇਖੋ, ਇੱਥੇ ਜਿਹੜਾ ਸਪੋਰੋਫਾਈਟ ਹੈਗਾ ਡਿਪਲੋਇਡ ਦੈਟ ਇਜ਼ ਡਿਪੈਂਡੈਂਟ ਔਨ ਗੈਮੀਟੋਫਾਈਟ। ਜਿਹੜਾ ਹੈਪਲੋਇਡ ਹੈ ਗੈਮੀਟੋਫਾਈਟ ਅਸਲੀ ਪਲਾਂਟ ਬਾਡੀ ਇਹ ਹੈ, ਇਹ ਫੋਟੋਸਿੰਥੇਸਾਈਜ਼ ਕਰ ਰਿਹਾ, ਇਹ ਖਾਣਾ ਬਣਾ ਰਿਹਾ ਹੈ ਤੇ ਇਹਦੀ ਇੰਡੀਪੈਂਡੈਂਟ ਐਗਜ਼ਿਸਟੈਂਸ ਹੈਗੀ ਹੈ, ਇਹ ਇਕੱਲਾ ਰਹਿ ਸਕਦਾ। ਬਟ ਜਿਹੜਾ ਸਪੋਰੋਫਾਈਟ ਹੈ ਦੈਟ ਇਜ਼ ਡਿਪੈਂਡੈਂਟ ਔਨ ਦ ਗੈਮੀਟੋਫਾਈਟ। ਸੋ ਇੱਥੇ ਗੈਮੀਟੋਫਾਈਟ ਦਾ ਹਲੇ ਰਾਜ ਚੱਲਦਾ ਥੋੜਾ ਜ਼ਿਆਦਾ ਤਾਂ ਨਹੀਂ। ਫਿਰ ਦੇਖੋ ਇੱਥੇ ਸਪੋਰੋਸ, ਜਿਹੜੇ ਸਪੋਰਸ ਹੁੰਦੇ ਨੇ ਹਮੇਸ਼ਾ ਉਹਨਾਂ ਦੇ ਵਿੱਚ ਮਿਓਸਿਸ ਹੁੰਦੀ ਹੈ। ਹਮੇਸ਼ਾ ਸਪੋਰਸ ਦੇ ਵਿੱਚ ਮਿਓਸਿਸ ਹੋਊਗੀ ਤੇ ਦੋ ਤਰ੍ਹਾਂ ਦੇ ਗੈਮੀਟਸ ਨੇ ਜਿਹੜੇ ਉਹ ਸਪੋਰਸ ਦੋ ਤਰ੍ਹਾਂ ਦੇ ਬਣਦੇ ਨੇ, ਇੱਕ ਮੇਲ ਐਂਡ ਫੀਮੇਲ। ਫਿਰ ਇਹ ਦੋ ਤਰ੍ਹਾਂ ਦੀਆਂ ਸਟਰਕਚਰਸ ਬਣਦੀਆਂ ਗੈਮੀਟੋਫਾਈਟ ਮੇਲ ਐਂਡ ਫੀਮੇਲ। then this is the life cycle of the funaria। ਸੋ ਧਿਆਨ ਦਿਓ ਬੇਟਾ, ਇਹਦੇ ਵਿੱਚ ਥੋੜਾ ਜਿਹਾ ਦੇਖੋ ਆਲਟਰਨੇਟ ਕਰਦੇ ਨੇ, ਆਲਟਰਨੇਸ਼ਨ ਆਫ ਜਨਰੇਸ਼ਨ। ਹਰੇਕ ਕੋਈ ਵੀ ਇੰਡੀਵਿਜੂਅਲ ਹੈਗਾ ਉਹਦੀ ਲਾਈਫ ਦੇ ਵਿੱਚ ਕੋਈ ਸਟੇਜ ਹੈਪਲੋਇਡ ਹੁੰਦੀ ਹੈ, ਕੋਈ ਸਟੇਜ ਡਿਪਲੋਇਡ ਹੁੰਦੀ ਹੈ। ਜਿਹੜੇ ਪਹਿਲਾਂ ਪਹਿਲ ਹੋਣ ਦੇ ਵਿੱਚ ਆਏ ਨੇ ਸਜੀਵ ਉਹਨਾਂ ਦੇ ਵਿੱਚ ਹੈਪਲੋਇਡ ਹੀ ਸੀ ਡੋਮੀਨੈਂਟ, ਜ਼ਿਆਦਾ ਸਮਾਂ ਹੈਪਲੋਇਡ ਹੀ ਸੀ ਕਿਉਂ ਨਵੇਂ ਬਣੇ ਸੀ ਅਜੇ। ਤਾਂ ਹਲੇ ਉਹ ਇੱਕ ਇੱਕ ਹੀ ਉਹਨਾਂ ਨੇ ਬਣਾਇਆ ਕ੍ਰੋਮੋਸੋਮ।
पर जिमें जिमें अगे अगे समा बीतदा गया, ज़्यादा वधिया वधिया बनते गए, तो उन्होंने अपने क्रोमोसोम्स ही डबल कर दिए। तो ਜਿਹੜੀਆਂ स्ट्रक्चर्स डबल क्रोमोसोम वालियां सीआं वो भारी ਹੁੰਦੀਆਂ ਗਈਆਂ, ਉਹਨਾਂ ਤੇ ਹਾਵੀ ਹੁੰਦੀਆਂ ਗਈਆਂ, ਤੇ ਜਿਹੜੀ ਹੈਪਲੋਇਡ ਸੀ ਸਟਰਕਚਰ ਉਹ ਘਟਦੀ ਤੁਰੀ ਗਈ। ਤੇ ਇਸ ਤੋਂ ਅੱਗੇ ਆਪਾਂ ਦੇਖਾਂਗੇ ਨੈਕਸਟ ਐਲਗੀ ਤੋਂ ਇਵੋਲਡ ਇਹ ਹੈਗੇ ਨੇ ਮਾਰਕੈਂਸ਼ੀਆ ਲਿਵਰਵਰਟ, ਤੇ ਇਸ ਤੋਂ ਵੀ ਜ਼ਿਆਦਾ ਅੱਗੇ ਹੈਗੇ ਨੇ ਪਨੇਰੀਆ ਮੋਸਿਸ, ਉਹ ਵੀ ਐਡਵਾਂਸਡ ਹੈਗੀਆਂ ਨੇ, ਕਿਉਂਕਿ ਇਹਦੇ 'ਚ ਦੇਖੋ ਗੈਮੀਟੋਫਾਈਟ ਤੇ ਸਪੋਰੋਫਾਈਟ ਇੱਕੋ ਹੀ ਪਲਾਂਟ ਦੇ ਇੱਕੋ ਹੀ ਟਾਈਮ ਸਾਨੂੰ ਦੋਨੇ ਤਰ੍ਹਾਂ ਦੇ ਜਿਹੜੇ ਹੈਗੇ ਨੇ ਪਲਾਂਟ ਦੇ ਪਾਰਟਸ ਨੇ ਜਿਹੜੇ ਉਹ ਨਜ਼ਰ ਆ ਰਹੇ ਨੇ, पर हजे जो स्पोरोफाइट है वो इंडिपेंडेंट नहीं, ये गल याद रखियो। स्पोरोफाइट इज डिपेंडेंट ऑन गैमीटोफाइट। सो ये हरेक इंडिविजुअल दे विच जो गैमीटोफाइट है स्पोरोफाइट बनाऊगा, जो स्पोरोफाइट है वो गैमीटोफाइट बनाऊगा। अपने जोड़े जानवर ने उन्होंने हैप्लॉइड डिप्लॉइड कह दें, ये स्पोरोफाइट गैमीटोफाइट कह दें। तो आ डिस्पो हैगा, याद रखियो भी, ताकि जो डिप्लॉइड है वो स्पोरोफाइट ही है, तो हैप्लॉइड है जो वो गैमीटोफाइट। तो ये आल्टरनेट करते रहते हैं, इन्हों का समा वेरी करता, समा वक्-वक् हैगा। सो जोड़ा हुण अगे अगे जो स्पोरोफाइट का समा है जो बढ़ता तुरे जाऊगा, तो जोड़े हुण असीं दरख्त देखते हैं ज़्यादातर फुल्लां वाले पौधे देखते हैं वो स्पोरोफाइट ही, तो उन्होंने जो गैमीटोफाइट स्टेज है ये बहुत छोटी होगी, ये ग्रीन नहीं हैगी, ये स्पोरोफाइट पे डिपेंडेंट है। सो हाँ बेटा यूजेस ऑफ ब्रायोफाइट्स के करते हैं, वैसे तो इन्हों का कोई बहुता महत्व है नहीं गा इकनोमिकली, पर फिर भी थोड़ा बहुत जिन्ना को हैगा। जोड़े हरबेशियस प्लांट्स है, हरबेशियस एनीमल्स है सॉरी, उन्होंने वास्ते फूड का काम करते हैं, जोड़े मतलब ग्रीनरी ग्रास खाते हैं। सो उन्होंने वास्ते फूड दिता है। स्पैगनम जोड़ा है, स्पैगनम नाम का जो पौधा है वो पीट फ्यूअल सानू दे रहे हैं, वो बालन दिंदा है। पैकिंग मटीरियल, क्योंकि अपने अंदर काफ़ी सारा पानी सूख लेंदे ने, सो इस करके पैकिंग मटीरियल के रूप के वरत्या जाता है। शिप्स के क्योंकि बहुत बहुत समा जोड़ा है वो स्पैगनम ही हैगी है, जी कि जो पहला ड्राई जी हो जाती है, जो पानी च पा दो फिर हरी हो जाती है। सो ये काफ़ी सारा पानी है जो अपने अंदर समा लेती है, तो चीज़ा ने जी लाइफ स्टॉक्स है तकरीबन, जो उन्होंने ट्रांसपोर्ट करना तो उन्होंने नमी की मात्रा चाहिए है, तो उन्होंने पैक करने वास्ते वरत्या जाता। डीकंपोज रॉक्स पत्थरों को बोर देते, तो हुण जिथे ये उगी हुई है उत्थे उस तो बाद ये तो नैक्सट जो असीं पढ़ना अगे टेरिडोफाइट्स, वो ये तो ज़्यादा वधिया है ने, तो उन्होंने वास्ते जगह बनाओ पत्थरों को बोर के, क्योंकि ज़्यादा उन्होंने मटीरियल चाहिए लैंड वास्ते, ज़्यादा मिट्टी चाहिए है, ज़्यादा उन्होंने खुराक चाहिए है। सो इस करके उन्होंने वास्ते जगह तैयार करते। नैक्सट है प्रिवेंट सॉइल इरोजन। हुण कई बार तुसीं देखो भी पूरा मैट ही पिछे होंदा, इन्ना सोहना लगता उत्थे, तो वो इन्ने डेंस होंदा, इन्ना संघना होंदा, तो वो मिट्टी नूं खुरन तो रोकदा। इट प्रिवेंट्स सॉइल इरोजन। नैक्सट असीं करते हैं हुण टेरिडोफाइट्स। ब्रायोफाइट्स कीते ने असीं, लिवरवर्ट्स एंड मॉसिस, तो हुण असीं करने ने टेरिडोफाइट्स। उन्होंने नाल दे ने सीडलैस प्लांट ने, स्पोर प्रोड्यूसिंग ने, स्पोर प्रोड्यूस करते हैं क्रिप्टोगैमिक वास्कुलर प्लांट। सब तो पहला हम इन्हों के वास्कुलर जोड़े है टिश्यू अपीयर होए ने, सो इन्हों के वास्कुलर मॉडल्स है। हुण इत्थे जदों असीं इहदा लाइफ साइकिल देखते हैं, अल्टरनेशन ऑफ जनरेशन, वही तुहाडा पहला वाला भी एक समा हुंदा भी हैप्लॉइड स्टेज होंदी है, एक समा हुंदा डिप्लॉइड स्टेज। ये उत्थे की सीगा बई दोने ही एक प्लांट दे विच सीगे, एक सी जिहड़ा दूजे ते डिपेंडेंट सी, समा वक्खो वक्खरा। पर हुण इत्थे तुसीं देखोगे भी ये दोने ही बिल्कुल डिफरेंट प्लांट्स ने। एक डिप्लॉइड है प्लांट बॉडी है जिहड़ी ज़्यादा समा रहती है, जिहड़ी सानूं ज़्यादा कॉन्सपीकुअसली नज़र आउंदी है। बहुत वड्डे वड्डे इहदे पत्ते भी हो सकते हैं, छोटे भी हो सकते हैं, स्लैजिनल वर्गे। डायोटेरस इहदे विच फ्रॉन्ट्स हुंदे ने, बहुत वड्डे पत्ते ने जिहड़े उन्हां नूं असीं फ्रॉन्ट्स कहते हैं।
सो प्लांट बॉडी जी मेन प्लांट बॉडी है दैट इज डिप्लॉइड हैविंग 2 सेट ऑफ क्रोमोसोम्स। तो हुण इन्हां दे विचों ही कई जिहड़े हैगे ने फर्टाइल हो जांदे ने। फर्टाइल मीनस दे प्रोड्यूस स्पोर्स, मेल एंड फीमेल गैमीट्स जिन्हां ते लगणे ने उन्हां नूं असीं स्पोर्स कहते हैं। उन्हां दे विच मियोसिस होऊगी स्पोर्स दे विच, फिर उन्हां तों मेल एंड फीमेल एग दे स्पर्म ने जिहड़े ओह बनणगे। हाँ जी, हुण इहदे फर्टाइल पिन्ना, पिन्ना मीनस जिहड़ा आ लीफ हैगा ये डिवाइडेड हैगा इनटू पिन्ना, वो अगों डिवाइडेड होगा इनटू पिन्यूस। अगे अगे जिहड़े ज़्यादा बहुत बड़े पत्ते होंदे ने उन्हां दी डिवीजन हो जाती है ताकि उन्हां हवा जिहड़ी हैगी है नुकसान ना कर सके। सो टरेस्ट्रीयल सब तो पहले जमीन ते रहण वाले पौधे ने जिहड़े कि इन्हां नूं बहुत पतली तह पानी की लोड़ पैंदी है स्पर्म्स नूं अपने एग तक पहुँचाउण वास्ते। बाकी जिहड़े हैगे ने पूरी तरह ना जमीन ते रहण वाले ने। वास्कुलर स्टैंड्स आ गए ने इन्हां दे, वास्कुलर जिहड़ा टिशू है वो ढोआ ढोआई वास्ते आ गए बन गया इहदे अंदर। सो इत्थे जदों असीं देखो इन्हां दे विचों ही पत्तियां ने कुछ जिहड़े ब्राउन जे लीव्स हो जांदे ने, ब्राउन स्पॉट्स जे हुंदे ने, ग्रुप बन जाते हैं उन्हां दे जिहड़े फर्टाइल ऑर्गनस होंदे ने। तां सैक्शुअल ऑर्गनस उन्हां नूं आपां सोरा ही कहते हैं, मतलब ग्रुपिंग होनी शुरू हो गई उन्हां दी। ते हुण इहदे देखो ये पत्ते दा जे असीं वीएस पिन्यूल बहुत छोटा सैक्शन है पत्ते का, ਉਹਦਾ जे ਅਸੀਂ ਅੱਗੋਂ VS ਸੈਕਸ਼ਨ ਕਰਦੇ ਹਾਂ। VS ਹੁੰਦਾ ਜਿਹੜਾ ਜੇ ਤੁਸੀਂ ਬੁੱਕ ਨੂੰ ਟੇਢੇ ਦਾ ਜਿਹੜਾ ਹੈਗਾ ਤੁਸੀਂ ਜਿਵੇਂ ਤੁਸੀਂ ਦੇਖਦੇ ਹੋ ਆਹ ਜਿਹੜਾ ਪੱਤਾ ਹੈ ਮੰਨ ਲਓ ਪੱਤੇ ਦਾ ਜੇ ਇੱਧਰ ਨੂੰ ਅਸੀਂ ਕੱਟ ਕੇ ਇੱਧਰ ਨੂੰ ਆ ਦੇਖਾਂਗੇ ਆਪਣੇ ਉਹਦੇ ਵਿੱਚ ਮਾਈਕਰੋਸਕੋਪ ਦੇ ਵਿੱਚ ਵੀ ਜਿਹੜੇ ਸੈੱਲ ਨੇ ਟਿਸ਼ੂ ਨੇ ਜਾਂ ਜੋ ਵੀ ਆਰਗਨਸ ਹੈਗੇ ਨੇ ਉਹ ਕਿਹੜੇ ਢੰਗ ਨਾਲ ਅਰੇਂਜ ਹੋਏ ਹੋਏ ਨੇ। ਉਹ ਕਿਉਂਕਿ ਪੱਤਾ ਬਹੁਤ ਪਤਲਾ ਹੁੰਦਾ ਹੈ ਸੋ ਇਸ ਕਰਕੇ ਤੁਹਾਨੂੰ ਲੱਗੂਗਾ ਤਾਂ ਆਉਣ ਪਰ ਇਹ VS ਸੈਕਸ਼ਨ ਇਹੀ ਹੁੰਦਾ ਹੈ। ਸੋ VS ਸੈਕਸ਼ਨ ਦੇ ਵਿੱਚ ਜਦੋਂ ਦੇਖਿਆ ਜਾਂਦਾ ਤਾਂ ਇਹਦੇ ਅੰਦਰ ਫਰਟਾਈਲ ਪਾਰਟਸ ਹੈਗੇ ਨੇ ਜਿਨ੍ਹਾਂ ਨੂੰ ਇਹਦੇ 'ਚ ਮੇਲ ਪਾਰਟਸ ਨੇ ਜਿਨ੍ਹਾਂ ਨੂੰ ਆਪਾਂ ਕੀ ਕਹਿੰਦੇ ਹਾਂ ਐਂਥਰੀਡੀਅਮ, ਤੇ ਇਸੇ ਤਰ੍ਹਾਂ ਹੀ ਫੀਮੇਲ ਪਾਰਟਸ ਹੋਣਗੇ ਜਿਨ੍ਹਾਂ ਨੂੰ ਕਹਾਂਗੇ ਆਰਕੀਗੋਨੀਆ। पर इत्थे हले कल्ले स्पोर्स ही हैगे ने जिहड़े स्पोर्स ने वो देखो स्पोरेंजियम ए सेक्शुअल रिप्रोडक्शन भी हो सकती है। स्पोरेंजियम इथैलियन या हैगियां ने जिन्हां दे अंदर स्पोर्स बनते हैं। तां ये स्पोर्स ने जिहड़े देखो SMC ने स्पोर मदर सेल एक मियोसिस इट विल अंडरगो मियोसिस टू प्रोड्यूस स्पोर्स। तो ਜਿਹੜੇ स्पोर ने वो जर्मीनेट करते हैं। फिर ਜਿਹੜੇ स्पोर ने वो डिफरेंट ਜਿਹੜੇ ਹੈਗੇ ਨੇ थैलाई मेल ते फीमेल डिफरेंट टाइप के बनते हैं। नाउ ने प्रोथैलस, ठीक है, थैलस मीनस ਇਹਦੀ ਜਿਹੜੀ प्लांट की बॉडी है देखो एक ਤਾਂ ਸੀਗਾ 2N ਹੁਣ ਇੱਥੇ ਸਿੰਗਲ N ਲੱਗੇ ਇੱਥੇ ਮਿਓਸਿਸ ਹੋ ਗਈ ਤਾਂ ਇਹ ਕੀ ਹੈ ਸਿੰਗਲ N हैप्लॉइड चल रहा है सारा रेड। तो हम इतने प्रोथैलस जिहड़ा है इट इज़ हैप्लॉइड बॉडी हैगा तो बहुत छोटा बट इट इज़ इंडिपेंडेंट जमीन के उत्ते ही रहता है। सो ये देखो राइजोइड्स कहते हैं भी जो अपने पूर्वजां नूं एक बार जरूर दोहराते हैं उवें ही है। सो ये भी इन्होंने मार्केंशिया ला लो अपन लिवरवर्ड्स पढ़ के आए हैं उन्होंने राइजोइड्स है बिल्कुल वही है सेम वही स्टेज हैगी है। तो इन्हों के उत्ते सैक्स ऑर्गनस लगे हुए ये सैक्स ऑर्गनस जिहड़े हैगे ने थ्रू माइटोसिस बनणगे ताकि वो सारे हैप्लॉइड ही है। तो इत्थे मियोसिस पहला हो चुकी सो इत्थे जिहड़े क्रोमोसोम्स हैगे ने अद्धे हो गए ने। सो हुणे जिहड़े एग एंड स्पर्म बनने ने दैट इज ड्यू टू माइटोसिस रीजन। सावी जिन्ने मतलब उहदे कोल हैगे ने सैल कोल क्रोमोसोम उन्ने ही रहणगे। देखो फ्यूज हो जाते हैं फर्टिलाइज होता फर्टिलाइज होकर जाइगोट बन के यंग एम्ब्रीओ डिवाइड करता मतलब एम्ब्रीओ बन जाता है। डिप्लॉइड ही शुरू हो गई। हुण इस तो नैक्सट देखो भी ये जिहड़ा आ चीज़ है आर्कीगोनिया कितने इहदे उत्ते लगी हुई है इत्थे ही फर्टिलाइजेशन होगी इत्थे ही आर्कीगोनिया हैगा उहदे अंदर ही एम्ब्रीओ बन गया तो उहदे उत्ते ही देखो ये डिवेलपमेंट होनी शुरू हो गई।
ਤਾਂ ਹੁਣ ਪ੍ਰੋਥੈਲਸ ਕੀ ਹੈ, ਹੈਪਲੋਇਡ ਹੈਗਾ। ਉਹਦੇ ਉੱਤੇ ਜਿਹੜੀ ਪਲਾਂਟ ਬੋਡੀ ਬਣਨੀ ਸ਼ੁਰੂ ਹੋ ਗਈ, ਦੈਟ ਇਜ਼ ਸਪੋਰੋਫਾਈਟ, ਦੈਟ ਇਜ਼ ਡਿਪਲੋਇਡ। ਹੁਣ ਇੱਥੇ ਫੇਰ ਦੇਖੋ ਅਲਟਰਨੇਟ ਦੋਨੇ ਜਨਰੇਸ਼ਨ ਜਿਹੜੀਆਂ ਹੈਗੀਆਂ ਨਾ ਇਕੱਠੀਆਂ ਹੋ ਗਈਆਂ, ਇੱਕੋ ਹੀ ਪਲਾਂਟ ਬੋਡੀ ਦੇ ਅੰਦਰ ਦੋ, ਇੱਕ ਹੈਪਲੋਇਡ ਸਟਰਕਚਰ ਪਈ ਹੈ, ਇੱਕ ਡਿਪਲੋਇਡ ਹੈਗੀ। ਹੁਣ ਇੱਥੇ ਜਿਹੜੀ ਡਿਪਲੋਇਡ ਸਟਰਕਚਰ ਹੈ ਦੈਟ ਇਜ਼ ਡਿਪੈਂਡੈਂਟ ਔਨ ਹੈਪਲੋਇਡ, ਪਰ ਉਹਦਾ ਜਿਹੜਾ ਸਮਾਂ ਹੈਗਾ, ਜਿਹੜਾ ਟਾਈਮ ਹੈਗਾ ਉਹ ਬਹੁਤ ਥੋੜਾ ਰਹਿ ਜਾਂਦਾ, ਕਿਉਂਕਿ ਉਸ ਤੋਂ ਬਾਅਦ ਇਹ ਗਲ ਜਾਂਦੀ ਹੈ, ਇਹਦੇ ਜੜ੍ਹਾਂ ਕੱਢਣੀਆਂ ਆਉਂਦੀਆਂ, ਇਹ ਇੰਡੀਪੈਂਡੈਂਟ ਹੋ ਜਾਂਦੀ। ਇਹ ਇੱਕ ਤਰ੍ਹਾਂ ਦਾ ਸੀਡਸ ਜਿਹੜੇ ਹੁੰਦੇ ਨੇ ਜਾਂ ਬੀਜ ਨੇ, ਜਿਹੜੇ ਜਦੋਂ ਅਸੀਂ ਉਹਨਾਂ ਨੂੰ ਬੀਜਦੇ ਹਾਂ ਤਾਂ ਉਹ ਫੁੰਗਰ ਪੈਂਦੇ ਨੇ, ਜੜ੍ਹਾਂ ਕੱਢਦੇ ਨੇ। ਤਾਂ ਜਿੰਨੀ ਦੇਰ ਤੱਕ ਬੀਜ ਇੰਨਾ ਕੁ ਵੱਡਾ ਨਹੀਂ ਹੋ ਜਾਂਦਾ ਵੀ ਉਹਦੀ ਜੜ ਥੱਲੇ ਲੱਗ ਜਾਂਦੀ ਹੈ ਤੇ ਆਪਣੀ ਖੁਰਾਕ ਆਪ ਨਹੀਂ ਬਣਾਉਣ ਲੱਗ ਜਾਂਦਾ, ਉਦੋਂ ਤੱਕ ਉਹ ਸੀਡ ਦੇ ਅੰਦਰ ਜਿਹੜੀ ਖੁਰਾਕ ਹੁੰਦੀ ਹੈ ਉਹਦੇ 'ਤੇ ਡਿਪੈਂਡ ਕਰਦਾ। ਸੋ ਇਹ ਇੱਕ ਤਰ੍ਹਾਂ ਨਾਲ ਸੀਡ ਦਾ ਕੰਮ ਕਰਦੇ। ਉਹਨਾਂ ਦੇ ਪੂਰਵਜ ਹੀ ਮੰਨੇ ਗਏ ਨੇ ਵੀ ਇੱਥੋਂ ਹੀ ਇਹਨਾਂ ਦਾ ਜਿਹੜਾ ਹੈਗਾ ਸ਼ੁਰੂਆਤ ਹੋਈ ਸੀਡਸ। ਹਾਂਜੀ, ਹੁਣ ਦੇਖੀਏ ਅਸੀਂ ਇਹ ਜਿਹੜਾ ਸਪੋਰੋਫਾਈਟ ਹੈਗਾ, it will turn into a plant body which is independent and diploid। ਇੱਕ ਹੋਰ ਜਿਹੜਾ ਢੰਗ ਹੈ ਉਹ ਕੀ ਹੈ ਵੀ ਇਹਨਾਂ ਦੇ ਉੱਤੇ ਐਡਵਾਂਟੇਸ਼ੀਅਸ ਬਡਸ ਹੋ ਸਕਦੇ ਨੇ, ਜਿਹੜੇ ਉਹ ਬਡਸ ਹੈਗੇ ਨੇ ਮਲਟੀ ਸੈਲੂਲਰ ਇਕਾਈਆਂ ਹੈਗੀਆਂ ਨੇ, ਉਹ ਆਪਣੇ ਪਲਾਂਟ ਪੇਰੈਂਟ ਤੋਂ ਅਲੱਗ ਹੋ ਜਾਣਗੇ ਤੇ ਉਹ ਦੁਬਾਰਾ ਫਿਰ ਪਲਾਂਟ ਬੋਡੀ ਹੈ ਜਿਹੜੀ ਬਣਾ ਲੈਣਗੇ। ਦਿਸ ਇਜ਼ ਏਸੈਕਸ਼ੂਅਲ ਟਾਈਪ ਆਫ ਰੀਪਰੋਡਕਸ਼ਨ। ਏਸੈਕਸ਼ੂਅਲ ਟਾਈਪ ਆ, ਬਾਕੀ ਜਿਹੜੀ ਹੈਗੀ ਹੈ ਸੈਕਸ਼ੂਅਲ ਟਾਈਪ ਜਿਹੜੀ ਹੈ। ਹੁਣ ਇਹ ਤੁਸੀਂ ਦੇਖੋ ਵੀ ਆ ਡਿਪਲੋਇਡ ਆਲਟਰਨੇਟ ਵਿਦ ਹੈਪਲੋਇਡ, ਇਹ ਜ਼ਰੂਰੀ ਆਊਗੀ ਇੱਕ ਵਾਰੀ ਡਿਪਲੋਇਡ ਸਟੇਜ ਆਊਗੀ, ਇੱਕ ਵਾਰੀ ਹੈਪਲੋਇਡ ਸਟੇਜ ਆਊਗੀ, ਤਾਂ ਹੀ ਕਿਤੇ ਜਾ ਕੇ ਜਿਹੜੀਆਂ ਫਰਨਸ ਹੈਗੀਆਂ ਨੇ ਇਹਨਾਂ ਦਾ ਲਾਈਫ ਸਾਈਕਲ ਹੈ ਉਹ ਪੂਰਾ ਹੋਣਾ। ਹੁਣ ਇੱਧਰ ਦੇਖੋ ਜਿਹੜਾ ਸਮਾਂ ਹੈਗਾ ਉਹ ਵੇਰੀ ਕਰਦਾ, ਜਿਹੜੀ ਡੋਮੀਨੈਂਸੀ ਹੈਗੀ ਉਹ ਵੇਰੀ ਕਰਦੀ ਤੁਰੀ ਜਾਂਦੀ ਹੈ। ਸਭ ਤੋਂ ਪਹਿਲਾਂ ਹੈਪਲੋਇਡ ਬਹੁਤ ਜ਼ਿਆਦਾ ਡੋਮੀਨੈਂਟ ਸੀਗੇ, ਫਿਰ ਹੈਪਲੋਇਡ ਜਿਹੜੀ ਸਟੇਜ ਹੈ ਉਹ ਘਟਦੀ ਗਈ ਤੇ ਹੈਪਲੋਇਡ ਹੈ ਜਿਹੜਾ ਹੁਣ ਇੱਥੇ ਬਹੁਤ ਹੀ ਘਟ ਗਿਆ, ਦੇਖੋ ਸਮਾਂ ਤੇ ਉਸ ਤੋਂ ਬਾਅਦ ਜਿਹੜੀ ਡਿਪਲੋਇਡ ਸਪੋਰੋਫਾਈਟ ਹੈਗਾ ਉਹ ਲੰਬਾ ਸਮਾਂ ਜਿਹੜਾ ਰਹਿੰਦਾ ਹੈ। ਹੁਣ ਇਹਨਾਂ ਦੇ ਜੇ ਅਸੀਂ ਯੂਜ਼ਸ ਤੇ ਆ ਜਾਂਦੇ ਹਾਂ, ਐਡੀਐਂਟਮ ਜਿਹੜਾ ਇੰਪੋਰਟੈਂਟਮ ਹੈਗਾ, ਇਹਨੂੰ ਵਾਕਿੰਗ ਫਰਨ ਵੀ ਕਹਿੰਦੇ ਨੇ, ਤੁਹਾਡੇ ਟੈਸਟਾਂ ਦੇ ਵਿੱਚ ਵੀ ਪੁੱਛ ਲਿਆ ਜਾਂਦਾ। ਵਾਕਿੰਗ ਫਰਨ ਮੀਨਸ ਬੇਟਾ ਜਦੋਂ ਪੱਤਾ ਕਿਤੇ ਥੱਲੇ ਜਾ ਕੇ ਟੱਚ ਕਰਦਾ, ਉੱਥੇ ਹੀ ਜੜ੍ਹਾਂ ਕੱਢ ਕੇ ਇੱਕ ਨਵਾਂ ਪਲਾਂਟ ਹੈ ਜਿਹੜਾ ਉਹ ਬਣਾ ਲੈਂਦਾ। ਵੱਡੇ ਪੱਤੇ ਹੈਗੇ ਨੇ, ਜਦੋਂ ਜ਼ਮੀਨ ਤੇ ਜਾ ਕੇ ਟੱਚ ਕਰਦੇ ਨੇ ਉੱਥੋਂ ਉਹਨਾਂ ਦੇ ਨਵਾਂ ਜਿਹੜਾ ਪਲਾਂਟ ਹੈਗਾ ਉਹ ਜਨਰੇਟ ਹੋ ਜਾਂਦਾ। ਸੋ ਇਸ ਕਰਕੇ ਉਹਨੂੰ ਵਾਕਿੰਗ ਫਰਨ ਵੀ ਕਹਿੰਦੇ। ਤਾਂ ਹੁਣ ਇਹਦੀ ਐਗਜ਼ਾਮਪਲਸ ਜਿਹੜੀਆਂ ਹੈਗੀਆਂ ਨੇ, ਸਲੈਜੀਨੈਲਾ ਹੈਗਾ, ਡਰਾਇਓਪਟੈਰਿਸ ਦਾ ਤਾਂ ਅਸੀਂ ਲਾਈਫ ਸਾਈਕਲ ਹੀ ਕਰ ਲਿਆ, ਇਕੁਇਸਿਟਮ ਹੈਗਾ, ਸਾਲਵੀਨੀਆ, ਅਜ਼ੋਲਾ ਐਨਾਬੀਨਾ ਜਿਹੜਾ ਹੈਗਾ ਯੂਜ਼ਸ ਦੇ ਵਿੱਚ ਆ ਜਾਂਦਾ। ਕੁਝ ਤਾਂ ਫਾਡਰ ਦਿੰਦੇ ਨੇ, ਦੇਖੋ ਜਿਹੜੇ ਜਾਂ ਪਸ਼ੂ ਹੈਗੇ ਨੇ ਹਰਬੇਸ਼ੀਅਸ ਉਹਨਾਂ ਨੂੰ, ਬਾਕੀ ਜਿਹੜਾ ਹੈਗਾ ਅਜ਼ੋਲਾ ਨਾਈਟ੍ਰੋਜਨ ਫਿਕਸਿੰਗ ਬੈਕਟੀਰੀਆ, ਬਲੂ ਗ੍ਰੀਨ ਐਲਗੀ ਹੈ ਜਿਹੜੀ ਐਨਾਬੀਨਾ ਅਜ਼ੋਲੀ ਦੇ ਨਾਲ ਇਹ ਸਿੰਬਾਇਸਿਸ ਕਰਦਾ ਹੈ। ਮੈਡੀਸਿਨ ਐਂਟੀ ਹੈਲਮਿੰਥਿਕ ਮੈਡੀਸਿਨ ਹੈ ਜਿਹੜੀ ਉਹ ਬਣਦੀ ਹੈ ਡਰਾਇਓਪਟੈਰਿਸ ਤੋਂ, ਮੇਲ ਦਾ ਜਿਹੜਾ ਰਾਈਜ਼ੋਮ ਹੈਗਾ ਇਹਦੇ ਤੋਂ ਪ੍ਰਾਪਤ ਕੀਤੀ ਜਾਂਦੀ। ਤੇ ਆਰਨਾਮੈਂਟਲ ਮੀਨਸ ਸਜਾਵਟੀ ਪੌਦਿਆਂ ਦੇ ਰੂਪ ਦੇ ਵਿੱਚ ਘਰਾਂ ਦੇ ਵਿੱਚ ਆਪਾਂ ਰੱਖਦੇ ਹਾਂ। ਫਰਨਸ ਤੁਹਾਡੇ ਘਰਾਂ ਦੇ ਵਿੱਚ ਵੀ ਹੋ ਸਕਦੇ ਨੇ, ਗਮਲੇ ਹੋਣ। ਦੈਨ ਸੋਇਲ ਫਾਈਂਡਿੰਗ ਦਾ ਕੰਮ ਕਰਦੇ, ਮਿੱਟੀ ਨੂੰ ਚੰਗੀ ਤਰ੍ਹਾਂ ਜਕੜ ਦਿੰਦੇ, ਕਾਫੀ ਜ਼ਿਆਦਾ ਜੜ੍ਹਾਂ ਨੇ ਜਿਹੜੀਆਂ ਸੋਇਲ ਨੂੰ ਹੋਲਡ ਕਰਨ ਦਾ ਕੰਮ ਕਰਦੀਆਂ ਨੇ। ਸੋ ਹੁਣ ਆਪਾਂ ਨੇ ਕਰਨਾ ਹੈ ਜਿਮਨੋਸਪੋਰਸ। ਜਿਮਨੋਸਪੋਰਸ ਜਿਹੜੇ ਹੈਗੇ ਨੇ these are perennial. Perennial means they live for many seasons. Woody shrubs भी हो सकते हैं, trees भी हो सकते हैं, hard ਲੱਕੜ ਹੈਗੀ, forming bushes and trees. Plant body ਜਿਹੜੀ ਹੈ ਉਹਦੇ ਵਿੱਚ seeds they are made. Seeds they are naked, ਨੰਗੇ ਹੀ ਪਏ ਨੇ। ਆਮ ਤੁਸੀਂ ਦੇਖਦੇ ਹੋ ਫਲ ਫਰੂਟ ਸਬਜ਼ੀਆਂ ਖਾਂਦੇ ਹੋ, ਉਹਨਾਂ ਦੇ ਅੰਦਰ ਬੀਜ ਹੁੰਦੇ ਨੇ, ਪਰ ਇੱਥੇ ਬੀਜ ਨੇ ਜਿਹੜੇ ਪੱਤਿਆਂ ਦੇ ਉੱਪਰ ਹੀ ਪਏ ਨੇ ਇਸ ਤਰ੍ਹਾਂ। ਐਂਡ ਡਿਫਰੈਂਸ਼ੀਏਟਡ ਜਿਹੜਾ ਹੈਗਾ ਪਲਾਂਟ ਬੋਡੀ ਹੈਗੀ ਹੈ, ਦੈਟ ਇਜ਼ ਡਿਫਰੈਂਸ਼ੀਏਟਡ ਇਨਟੂ ਰੂਟ, ਸਟੈਮ ਐਂਡ ਲੀਵਸ।
सो चंगी वधिया बॉडी हैगी है, बनी हुई है, डिप्लॉयड है मेन बॉडी एंड इट मे बी ब्रांचड ब्रांचेस पाइनस चीर का जे तुसीं दरख्त देखो तो वो डाढ़ियाँ होंदियां ने आम नर्सरियां दे विच हरेक जगह नीगल लाइक बहुत धागियां वर्गे पत्ते होंदे ने उन्हां दे ते सनकन स्टोमेटा हुंदा थिक क्यूटिकल हुंदी है इन्हां दे उत्ते मोटी तह चढ़ी होंदी है क्यूटिकल की क्योंकि ये ਇਹੋ ਜਿਹੀਆਂ ਥਾਵਾਂ ਤੇ ਹੁੰਦੇ ਨੇ ਜਿੱਥੇ ਪਾਣੀ ਘੱਟ ਹੁੰਦਾ सो पानी ਨੂੰ ਬਚਾਉਣ ਵਾਸਤੇ ਸਾਰਾ ਕੁਝ ਕਰਦੇ ਨੇ ਸਟੋਮੇਟਾ ਜਿੱਥੋਂ ਦੀ ਪਾਣੀ ਸਦੋਂ ਹਰ ਵਕਤ ਹੀ ਉੱਡਦਾ ਹੈ ਇੱਕ ਤਾਂ ਪੱਤੇ ਬਹੁਤ ਘੱਟਵੇਂ ਹੁੰਦੇ ਨੇ ਤੇ ਦੂਸਰਾ ਸੰਕਨ ਹੁੰਦੇ ਨੇ ਬਿਲਕੁਲ ਡੂੰਘੇ ਹੁੰਦੇ ਨੇ ਤਾਂ ਕਿ ਪਾਣੀ ਦੀ ਬਚਤ ਕੀਤੀ ਜਾ ਸਕੇ ਕੰਪਾਊਂਡ ਜਿਹੜੇ ਹੈਗੇ ਨੇ ਲੀਵਸ ਤੇ ਮੇ ਵੀ ਸਿੰਪਲ ਔਰ ਕੰਪਾਊਂਡ ਪਹਿਲਾਂ ਉਹਦੀ ਬ੍ਰਾਂਚ ਪਾਈਨਸ ਤੇ ਆਪਾਂ ਸੀਗੇ ਸਿਟਰਸ ਇਹ ਵੀ ਬ੍ਰਾਂਚਡ ਹੈਗਾ whereas ਜਿਹੜਾ ਨਾਟ ਬ੍ਰਾਂਚਡ ਹੈਗਾ ਬਿਲਕੁਲ ਸਿੱਧਾ ਸਟੈਮ ਹੈ ਉਹ ਦੈਟ ਇਜ਼ ਸਾਈਕਸ ਸਾਈਕਸ ਆਪਣੇ ਆਮ ਘਰਾਂ ਦੇ ਵਿੱਚ ਵੀ ਗੋਲ ਚੱਕਰ ਜਿਹਾ ਹੁੰਦਾ ਹੈ ਤੇ ਤੁਸੀਂ ਦੇਖ ਸਕਦੇ ਹੋ ਲੌਨਸ ਦੇ ਵਿੱਚ ਲੱਗੇ ਹੋਏ ਉਹਨੂੰ ਕਾਰਡੈਕਸ ਕਹਿੰਦੇ ਨੇ ਜਿਹੜੀ ਅਨਬ੍ਰਾਂਚਡ ਸਟੈਮ ਹੁੰਦੀ ਹੈ ਉਹਨੂੰ ਕਹਿੰਦੇ ਆ ਕਾਰਡੈਕਸ ਲੀਵਸ ਦੇ may be simple or compound simple leaf ਦੇ ਪਾਰਟਸ ਆਪਾਂ ਨੈਕਸਟ ਲੈਸਨ ਦੇ ਵਿੱਚ ਕਰਾਂਗੇ 5th ਹੈਗਾ ਮਾਰਫੋਲੋਜੀ ਦੈਨ ਆਫ ਐਂਜੀਓਸਪਰਮਸ ਤਾਂ ਉਹਦੇ ਵਿੱਚ ਆਪਾਂ ਦੇਖਾਂਗੇ ਪੱਤੇ ਦੇ ਕਿਹੜੇ ਕਿਹੜੇ ਹਿੱਸੇ ਹੁੰਦੇ ਤੇ ਪੱਤਾ ਪੂਰਾ ਹੁੰਦਾ ਸਿੰਪਲ ਲੀਫ ਜੇ ਕੱਟਵਾ ਜਾਏਗਾ ਕੰਪਾਊਂਡ ਲੀਫ ਰੂਟਸ ਜਿਹੜੀਆਂ ਹੈਗੀਆਂ ਨੇ ਦੇ ਯਾਰ ਟੈਪਸ ਜੇ ਜਿਵੇਂ ਦੀ ਜਦੋਂ ਬੀਜ ਪੁੰਗਰਦਾ उस समय जी रूट निकले बाहर सब तो पहला रूट ही ग्रो करती है तो वो जे सारी जिंदगी वही रूट रही है सो दैट इज़ द टैप रूट जे वो खत्म होकर कोई होर नवी जगह ते रूट्स निकले ही हैं उन्होंने एडवेंटिशियस रूट्स कहते सो इन्हों की टैप रूट्स है वास्कुलर टिश्यू दैट इज़ प्रेजेंट ताइयों हार्ट बनी है वो स्टेम है जी ताइयों उन्होंने ग्रोथ हो गई बहुत उच्चे हो गए बट उन्होंने वैसल्स नहीं है दे आर एब्सेंट जाइलम टिश्यू है जो वैसल्स नहीं है तो जो फ्लोएम है वो कंपैनियन सैल एंड सीव ट्यूब्स दे आर एब्सेंट सो बने तो है ने हजे पूरी तरह ना जो वास्कुलर टिश्यू है वो नहीं बने वास्कुलर मीनस मैनी जिदे राही आवाजाही होती है चीज़ों की ढोआ ढोई होती है स्पोरोफाइट जोड़ा है स्पोरो मीनस स्पोर प्रोड्यूसिंग फाइट जोड़ा है पत्ते ही ने तो वो पत्ते जोड़े मतलब चेंज हो गए अपने आप को स्पोर बनाने वास्ते उन्होंने कहते हैं स्पोरोफाइट तो इतने दे आर हेट्रोस्पोरस हेट्रो मीनस डिफरेंट टाइप्स मतलब दो अलग अलग तरह के स्पोर्स ने जो प्रोड्यूस करते हैं दे आर माइक्रोस्पोर्स एंड मैगास्पोर्स माइक्रोस्पोर्स मेल जोड़े है पोलन ग्रेन्स वंड के अंदर बनते हैं मेल गैमीटोफाइट सो ये माइक्रोस्पोर्स है जोड़ा मैगास्पोर है वो फीमेल गैमीटोफाइट है दे अंदर एम्ब्रियो सैक होंगे उन्होंने फीमेल गैमीटोफाइट कहते हैं सो इतने गैमीटोफाइट है जो मेल तो फीमेल फ्री एग्जिस्टेंस कोई नहीं जिवें असीं पिछे देखते रहे हैं गैमीटोफाइट अलग उगता सीगा ते उहदा राज हुंदा सी इत्थे कुछ नहीं है इतने गैमीटोफाइट जो बहुत इन्ना छोटा हो गया कि सानू नज़र भी नहीं आ रहा एंड पाइनस साइकस सिट्रस गेंको इन्हां दी एग्जांपल्स हैगियां हुण असीं इहदे लाइफ साइकिल बारे देख लईए बेटा इहदा स्पोरोफाइट है देखो मेन प्लांट बॉडी दैट इज स्पोरोफाइट असीं की कीता डिस्पो की कीता बेटा डिप्लॉयड सो प्लांट बॉडी इज डिप्लॉयड इहदे जिहड़े हैगे ने रूट स्टेम ते लीव्स वेल डिफरेंशिएटेड प्लांट हैगा वास्कुलर टिश्यू हैगा विद some vessels and companion seed tubes they are absent and female cone जेड़ा है जेड़े कुछ पत्ते ने जेड़े स्पोरोफाइट्स वो इकट्ठे हो जाते हैं एक जगह पे इकट्ठे होकर एक कोन की शक्ल दे देंगे मतलब ग्रुपिंग कर लेते हैं वो जेड़े थोड़े साइज के विच वड्डे होंदे ने फीमेल कोन होंदे ने हेठले पासे होंदे ने ते उपरले पासे मेल कोन्स ने क्योंकि एयर करंट्स राही पोलन्स ने जाना फीमेल गैमीटोफाइट तक सो इस करके मेल कोन्स उपर होंदे ने ते बहुत छोटे होंदे ने ते फीमेल कोन्स हेठा हेठले पासे होंदे ने
ਤੇ ਸਾਈਜ਼ ਦੇ ਵਿੱਚ ਬੜੇ ਹੁੰਦੇ ਨੇ ਕਿਉਂਕਿ ਉਹ ਵਿਊਜ਼ ਦੇ ਸੀਡਸ ਹੁੰਦੇ ਨੇ ਨਾ ਕੋਲੇ। ਦੈਨ ਇੱਥੇ ਦੇਖੋ ਤੁਸੀਂ ਆ ਮੇਲ ਕੋਨਸ ਦੇ ਵਿੱਚ ਕੀ ਬਣ ਰਿਹਾ ਬੇਟਾ, ਮੇਲ ਸਪੋਰ MMC ਪਹਿਲਾਂ ਸਪੋਰਸ ਬਣਦੇ ਹੈਗੇ ਨੇ ਤਾਂ ਇਹਨਾਂ ਦੇ ਵਿੱਚ MMC ਮੀਨਸ ਮਾਈਕਰੋਸਪੋਰ ਮਦਰ ਸੈਲਸ। ਮਾਈਕਰੋਸਪੋਰ ਮਦਰ ਸੈਲ, ਮਾਈਕਰੋਸਪੋਰ ਨੂੰ ਬਣਾਉਣ ਵਾਲੇ ਮਦਰ ਸੈਲ ਨੇ ਜਿਨ੍ਹਾਂ ਦੇ ਵਿੱਚ ਮਿਓਸਿਸ ਹੋਊਗੀ। ਮਿਓਸਿਸ ਹਮੇਸ਼ਾ ਮਦਰ ਸੈਲ ਦੇ ਵਿੱਚ ਹੁੰਦੀ ਹੈ। ਮਿਓਸਿਸ ਹੁੰਦੀ ਹੈ ਤਾਂ ਹੈਪਲੋਇਡ ਬਣਦੀ ਹੈ, ਰੈੱਡ ਕਲਰ ਦਿਖਾਤਾ। these are the haploid gametophyte, ਮੇਲ ਗੈਮੀਟੋਫਾਈਟ ਹੈਗਾ। ਜਿਵੇਂ ਤੁਸੀਂ ਪੋਲਨ ਗ੍ਰੇਨਸ ਦੇਖਦੇ ਹੋ ਮਾਈਕਰੋਸਕੋਪ ਦੇ ਥੱਲੇ, ਸੋ ਪੋਲਨਸ ਹੀ ਹੈਗੇ ਨੇ। ਇਹ ਜਿਹੜੇ ਨੇ ਵਿੰਗਡ ਹੁੰਦੇ ਨੇ ਤਾਂ ਕਿ ਹਵਾ ਦੇ ਵਿੱਚ ਉੱਡ ਕੇ ਜਾ ਸਕਣ। ਸੋ ਫਸਟ ਟਾਈਮ ਹੈਗਾ ਜਿਨ੍ਹਾਂ ਦਾ ਪਾਣੀ ਤੋਂ ਬਿਲਕੁਲ ਖੜਾ ਛਡਾ ਲਿਆ ਉਹਨਾਂ ਨੇ। ਹੁਣ ਇਹ ਹੋਰ ਜਿਹੜੇ ਹੈਗੇ ਨੇ ਢੰਗ ਧਰਤੀ ਦੇ ਉੱਤੇ ਉਹ ਬਣਾਉਂਦੇ ਨੇ, ਸੋ ਦੇ ਆਰ ਐਡਵਾਂਸਡ। ਤੇ ਹੁਣ ਦੂਸਰੇ ਪਾਸੇ ਜੇ ਅਸੀਂ ਦੇਖਦੇ ਹਾਂ ਫੀਮੇਲ ਫੋਰਮ ਦੇ ਵਿੱਚੋਂ ਦੇਖੋ ਕੀ ਹੋ ਰਿਹਾ, ਸਪੋਰੋਫਾਈਟ ਪੱਤੀਆਂ ਹੀ ਨੇ। ਜਿਹੜੀ ਪੱਤੀ ਹੈਗੀ ਆ ਉਹੀ ਇੱਕ ਸਪੋਰੋਫਾਈਟ ਹੈਗਾ। ਤਾਂ ਹੁਣ ਉਹਦੇ ਉੱਤੇ ਦੇਖੋ ਇੱਕ ਜਿਹੜਾ ਨਿਊ ਸੈਲਸ ਦਾ ਸੈੱਲ ਹੈ ਉਹ ਡਿਵਾਈਡ ਕਰਦਾ, ਮਾਈਕਰੋਸਪੋਰ ਮੈਗਾਸਪੋਰ ਮਦਰ ਸੈੱਲ ਵਜੋਂ ਐਕਟ ਕਰਦਾ। ਇਟ ਵਿਲ ਅੰਡਰਗੋ ਮਿਓਸਿਸ। ਇਹਦੇ 'ਚ ਮਤਲਬ ਇੱਕ ਤੋਂ ਜ਼ਿਆਦਾ ਆਰਕੀਗੋਨੀਆ ਹੁੰਦੇ ਨੇ। ਸੋ ਇੱਥੇ ਜਿਹੜੇ ਹੈਗੇ ਨੇ ਦੋ ਨੇਗੇ ਤਾਂ ਇਹ ਤਿੰਨ ਨੇ ਜਿਹੜੇ ਉਹ ਡੀਜਨਰੇਟ ਹੋ ਜਾਂਦੇ ਨੇ। ਜਦੋਂ ਇੱਕ ਸੈੱਲ ਮਿਓਸਿਸ ਕਰਦਾ ਹੈਗਾ ਉਹਦੇ 'ਚੋਂ ਤਿੰਨ ਸੈੱਲ ਨੇ ਜਿਹੜੇ ਉਹ ਡੀਜਨਰੇਟ ਹੋ ਜਾਣਗੇ। ਸਿਰਫ ਇੱਕੋ ਹੀ ਸੈੱਲ ਜਿਹੜਾ ਹੈਗਾ ਇਟ ਵਿਲ ਐਕਟ ਐਜ਼ ਫੀਮੇਲ ਗੈਮੀਟੋਫਾਈਟ। ਸੋ ਆ ਫੀਮੇਲ ਗੈਮੀਟੋਫਾਈਟ ਆ ਗਿਆ ਵਿੱਚ। ਇਹ ਹੁਣ ਦੇਖੋ ਹੈਪਲੋਇਡ ਹੋ ਗਈ, ਠੀਕ ਹੈ, ਮਿਓਸਿਸ ਹੋ ਗਈ, ਇਹਦੇ ਵਿੱਚ ਹੈਪਲੋਇਡ ਪਲੱਸ ਸਾਈਨ ਹੈ ਫੀਮੇਲ। ਸੋ ਇਹਦੇ ਵਿੱਚ ਜਿਹੜਾ ਫੀਮੇਲ ਗੈਮੀਟੋਫਾਈਟ ਹੈਗਾ ਇਟ ਇਜ਼ ਡਿਪੈਂਡੈਂਟ ਔਨ ਦ ਸਪੋਰੋਫਾਈਟ। ਆ ਸਪੋਰੋਫਾਈਟ ਦੀਆਂ ਪੱਤੀਆਂ ਹੀ ਹੈਗੀਆਂ ਨੇ ਜਿਨ੍ਹਾਂ ਦੇ ਉੱਤੇ ਉਹ ਲੱਗਿਆ ਹੋਇਆ ਹੈ ਤੇ ਉਹਦੀ ਆਪਣੀ ਇੰਡੀਪੈਂਡੈਂਸ ਜਿਹੜੀ ਹੈਗੀ ਆ ਉਹ ਬਿਲਕੁਲ ਨਹੀਂ ਹੈ। ਸੋ ਇੱਥੇ ਜਿਹੜਾ ਹੈਗਾ ਇਹ ਨਰਿਸ਼ਿੰਗ ਟਿਸ਼ੂ ਹੁੰਦਾ ਹੈਗਾ, ਬਹੁਤ ਛੋਟੇ ਜਗ੍ਹਾ ਤੇ ਸੀਮਿਤ ਹੋ ਜਾਂਦਾ। ਤੇ ਉਸ ਤੋਂ ਬਾਅਦ ਇਹ ਦੇਖੋ ਇਹਨੂੰ ਖੁਰਾਕ ਪ੍ਰੋਵਾਈਡ ਕਰਦਾ ਤੇ ਗਰੋ ਕਰਦਾ। ਇਧਰੋਂ ਜਿਹੜਾ ਹੈਗਾ ਮੇਲ ਗੈਮੀਟੋਫਾਈਟ, ਇਹਦੇ ਕੋਲੇ ਦੋ ਮੇਲ ਗੈਮੀਟਸ ਹੈਗੇ ਨੇ ਗੈਮੀਟੋਫਾਈਟ। ਪੋਲਨ ਗ੍ਰੇਨ ਹੈ ਜਿਹੜਾ ਉਹ ਗੈਮੀਟੋਫਾਈਟ ਹੁੰਦਾ, ਮਾਈਕਰੋਸਪੋਰ ਵੀ ਕਹਿ ਦਿੰਦੇ ਹਾਂ ਅਸੀਂ ਉਹਨੂੰ। ਤੇ ਉਹ ਜਾ ਕੇ ਫਿਰ ਇੱਥੇ ਪੋਲਨ ਟਿਊਬ ਜਿਹੜੀ ਹੈਗੀ ਆ ਉਹ ਗਰੋ ਕਰਦੀ ਹੈ ਤੇ ਮੇਲ ਗੈਮੀਟਸ ਨੂੰ ਆਰਕੀਗੋਨੀਆ ਦੇ ਅੰਦਰ ਭੇਜ ਦਿੰਦੀ ਹੈ। ਸੋ ਆਰਕੀਗੋਨੀਆ ਜਿਹੜਾ ਹੈਗਾ ਉੱਥੇ ਇੱਥੇ ਕਵਰਡ ਸਟਰਕਚਰ ਹੈਗੀ ਹੈ। ਜਿਹੜਾ ਨਿਊ ਸੈਲਸ ਹੈਗਾ ਉਹ ਕਵਰਡ ਹੈ, ਇਹਦੇ ਐਨਵੈਲਪਸ ਹੈਗੇ ਨੇ। ਸੋ ਅਵਿਊਨ ਬਣਾ ਲੈਂਦਾ ਬੀ ਜੰਡ ਜਿਹੜਾ ਤੁਸੀਂ ਪੜ੍ਹਦੇ ਹੋ। ਸੋ ਅਵਿਊਜ਼ ਜਿਹੜੇ ਪੜ੍ਹਦੇ ਨੇ ਉਹ ਆਫਟਰ ਫਰਟੀਲਾਈਜੇਸ਼ਨ ਮੇਲ ਤੇ ਫੀਮੇਲ ਜਿਹੜੇ ਹੈਗੇ ਨੇ ਗੈਮੀਟਸ ਦੇ ਵਿਲ ਫਿਊਜ਼ ਟੂ ਫਾਰਮ ਅ ਜ਼ਾਈਗੋਟ। ਤੇ ਉਹ ਜ਼ਾਈਗੋਟ ਦੇਖੋ ਫਿਰ ਡਿਪਲੋਇਡ ਬਣ ਗਿਆ ਤੇ ਬਲੈਕ ਕਲਰ ਦਾ ਦਿਖਾਇਆ। ਸੋ 2N ਜਿਹੜੀ ਹੈਗੀ ਹੈ ਵੀ ਫਲਾਈਡੀ ਹੈ, 2N, ਇਟ ਇਜ਼ 2N, ਠੀਕ ਹੈ ਨਾ। ਇੱਥੇ ਫਿਰ ਇਹ ਡਿਪਲੋਇਡ ਹੋ ਗਿਆ ਤੇ ਇਸ ਤੋਂ ਬਾਅਦ ਫਿਰ ਇਟ ਵਿਲ ਡਿਵਾਈਡ ਮਾਈਟੋਟਿਕਲੀ to form embryo and then a spore plant. So ਇਹ ਹੈਗਾ ਇਹਦਾ ਲਾਈਫ ਸਾਈਕਲ। ਤੁਸੀਂ ਦੇਖ ਸਕਦੇ ਹੋ ਵੀ ਉਹਨਾਂ ਨਾਲੋਂ ਜਿਹੜੇ ਸੀ ਪਿੱਛੇ ਟੈਰੀਡੋਫਾਈਟਸ ਕੀਤੇ ਸੀ ਉਹਨਾਂ ਨਾਲੋਂ ਹੋਰ ਐਡਵਾਂਸਡ ਹੋ ਗਿਆ ਕਿਉਂਕਿ ਉੱਥੇ ਗੈਮੀਟੋਫਾਈਟ ਇੰਡੀਪੈਂਡੈਂਟਲੀ ਗਰੋ ਕੀਤਾ ਸੀ, ਭਾਵੇਂ ਬਹੁਤ ਛੋਟੀ ਸਟੇਜ ਸੀਗੀ, ਜ਼ਮੀਨ ਤੇ ਹੀ ਸੀਗਾ। ਤਾਂ ਉਹਦੇ ਉੱਤੇ ਫਿਰ ਸਪੋਰੋਫਾਈਟ ਜਿਹੜਾ ਹੈਗਾ ਉਹ ਗਰੋ ਕੀਤਾ ਸੀ। ਪਰ ਇੱਥੇ ਦੇਖੋ ਜਿਹੜਾ ਗੈਮੀਟੋਫਾਈਟ ਹੈਗਾ ਉਹ ਬਿਲਕੁਲ ਹੀ ਇੰਨਾ ਛੋਟਾ ਹੋ ਗਿਆ ਕਿ ਉਹ ਪੱਤੇ ਦੇ ਉੱਪਰ ਹੀ ਰਹਿ ਗਿਆ, ਉਹ ਆਪ ਕਿਤੇ ਥੱਲੇ ਜਾ ਕੇ ਜ਼ਮੀਨ ਤੇ ਗਰੋ ਨਹੀਂ ਕੀਤਾ ਹੈ। ਸੋ ਗੈਮੀਟੋਫਾਈਟ ਰਿਡਿਊਸ ਹੋ ਜਾਂਦਾ ਤੇ ਜਿਹੜਾ ਸਪੋਰੋਫਾਈਟ ਹੈ ਕਿਉਂਕਿ ਉਹਦੇ ਕੋਲ ਡਿਪਲੋਇਡ ਹੀ ਹੈਗੀ ਹੈ ਸੋ ਉਹ ਐਡਵਾਂਸ ਹੋ ਜਾਂਦਾ। ਸੋ ਇੱਥੇ ਜਿਹੜਾ ਹੈਗਾ ਅਸੀਂ ਸ਼ੁਰੂ ਤੋਂ ਜਿਹੜੀਆਂ ਦੇਖੀਆਂ ਨੇ ਜਿੰਨੇ ਵੀ ਸਟੇਜਸ ਸਾਰੀਆਂ ਉਹਨਾਂ ਦੇ ਵਿੱਚ ਕੀ ਸੀਗਾ, ਜਿਹੜਾ ਹੈਪਲੋਇਡ ਹੈ ਉਹ ਘਟਦਾ ਗਿਆ, ਜਿਹੜਾ ਡਿਪਲੋਇਡ ਹੈ ਉਹ ਵੱਧਦਾ ਗਿਆ। ਸੋ ਇਸ ਤਰ੍ਹਾਂ ਨਾਲ ਐਵੋਲੂਸ਼ਨ ਹੈ ਜਿਹੜੀ ਪਲਾਂਟਸ ਦੇ ਵਿੱਚ ਹੋਈ ਹੈਗੀ। ਆਪਾਂ ਨੈਕਸਟ ਇਹਦੇ ਤੋਂ ਵੀ ਅੱਗੇ ਹਾਈਲੀ ਐਡਵਾਂਸਡ ਦੇਖਾਂਗੇ ਬੇਟਾ। ਜਿਹੜਾ ਅੱਜ ਫਲਾਵਰਿੰਗ ਪਲਾਂਟਸ ਹੈਗੇ ਨੇ ਤੇ ਨੇਕਡ ਸੀਡਸ ਨੇ, ਇਹ ਪੱਤਿਆਂ ਦੇ ਉੱਤੇ ਹੀ ਪਏ ਨੇ ਤੇ ਇਹ ਡਰਾਈ ਫਰੂਟ ਵਜੋਂ ਖਾਂਦੇ ਹੈਗੇ ਨੇ ਲੋਕ ਇਹਨਾਂ ਨੂੰ ਭੁੰਨ ਕੇ। ਸੋ ਇਹ ਜਿਹੜਾ ਹੈਗਾ ਤੁਸੀਂ ਦੇਖ ਸਕਦੇ ਹੋ ਜਦੋਂ ਪਹਾੜੀ ਇਲਾਕੇ ਤੇ ਜਾਂਦੇ ਹਾਂ ਅਸੀਂ
ਆਏ ਕੋਨਸ ਬਣਾਉਂਦੇ ਨੇ ਦਰਖਤ, ਤੇ ਵੈਸੇ ਵੀ ਉੱਪਰੋਂ ਕੋਨੀਕਲ ਦੇ ਹੁੰਦੇ ਨੇ, ਕੋਨੀਫਰਸ ਕਹਿੰਦੇ ਆ ਇਹਨਾਂ ਨੂੰ, ਉਂਝ ਵੀ ਇਹਨਾਂ ਦੇ ਕੋਨਸ ਹੁੰਦੀਆਂ ਨੇ, ਥੱਲੇ ਵੀ ਇਹਨਾਂ ਡਿੱਗੀਆਂ ਪਈਆਂ ਹੁੰਦੀਆਂ ਨੇ। ਸੋ ਆਪਾਂ ਤੁਸੀਂ ਚੱਕ ਵੀ ਲਿਆਉਂਦੇ ਆ ਕਈ ਵਾਰੀ ਉੱਥੋਂ। ਤੋ ਇਸ ਤੋਂ ਬਾਅਦ ਹੁਣ ਅਸੀਂ ਦੇਖਾਂਗੇ ਐਂਜੀਓਸਪਰਮਸ, ਲਾਸਟ ਜਿਹੜਾ ਹੈ